ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਨਮਸਤੇ, ਆਦਾਬ। ਪੀਐਸਟੈਟ 1 ਅਤੇ ਪੀਐਸਟੈਟ 2 ਪੇਪਰ ਦੇ ਲਈ ਅੱਜ ਬਹੁਤ ਹੀ ਇੰਪੋਰਟੈਂਟ ਟੌਪਿਕ ਦੇ ਉੱਪਰ MCQs ਕਰਨ ਜਾ ਰਹੇ ਹਾਂ ਔਰ MCQs ਦੇ ਨਾਲ ਇਹਨਾਂ ਦੇ ਨਾਲ ਸੰਬੰਧਿਤ ਕੁਝ ਖਾਸ ਵਿਆਖਿਆ ਵੀ ਆਪਾਂ ਡਿਸਕਸ ਕਰਾਂਗੇ। ਤਾਂ ਬਿਨਾਂ ਕਿਸੇ ਦੇਰੀ ਤੋਂ ਆਪਾਂ ਸ਼ੁਰੂ ਕਰਾਂਗੇ। ਅਤੇ ਜਿਹੜੇ ਸਾਥੀ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਸਾਡੇ ਚੈਨਲ ਦੇ ਉੱਪਰ, ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਸਮੇਂ ਦੇ ਉੱਪਰ ਤੁਹਾਨੂੰ ਜਿਹੜੀ ਹੈ ਨਵੀਂ ਵੀਡੀਓ ਸਮੇਂ ਸਿਰ ਮਿਲਦੀ ਰਹੇ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਜੀ। ਜਿਵੇਂ ਕਿ ਟੌਪਿਕ ਦਾ ਨਾਮ ਤੁਸੀਂ ਦੇਖ ਪਾ ਰਹੇ ਹੋ, ਤਖਸ਼ੀਸ਼ੀ ਸਿੱਖਿਆ, ਬਹੁਤ ਹੀ ਇੰਪੋਰਟੈਂਟ ਹੈ ਜੀ। ਹਰ ਵਾਰ ਇਸ ਟੌਪਿਕ ਦੇ ਉੱਪਰ ਪ੍ਰਸ਼ਨ ਆਉਂਦੇ ਹੀ ਆਉਂਦੇ ਆ ਜੀ। ਇਸ ਤੋਂ ਬਿਨਾਂ ਪੀਐਸਟੈਟ ਚਾਹੇ ਉਹ ਫਸਟ ਹੋਵੇ ਚਾਹੇ ਸੈਕਿੰਡ ਹੈ, ਇਸ ਟੌਪਿਕ ਤੋਂ ਬਿਨਾਂ ਅਧੂਰਾ ਰਹਿੰਦਾ ਹੈ ਜੀ। ਤਾਂ ਆਓ ਫਿਰ ਆਪਾਂ ਕੁਝ MCQs ਖਾਸ ਡਿਸਕਸ ਕਰਦੇ ਹਾਂ ਜੀ। ਜਿਵੇਂ ਕਿ ਪਹਿਲਾ ਕੁਐਸਚਨ ਦੇਖ ਪਾ ਰਹੇ ਹੋ, ਭਾਸ਼ਾ ਸਿੱਖਿਆ ਵਿੱਚ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਔਂਕੜਾਂ ਦੀ ਜਾਣਕਾਰੀ ਕਿਸ ਸਿੱਖਿਆ ਰਾਹੀਂ ਪਤਾ ਕੀਤੀਆਂ ਜਾਂਦੀਆਂ ਹਨ। ਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਭਾਸ਼ਾ ਸਿੱਖਿਆ ਸੰਬੰਧੀ ਬੱਚਿਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਵੇਂ ਕਿ ਬੋਲਣ ਵਿੱਚ ਗਲਤੀ, ਲਿਖਣ ਦੇ ਵਿੱਚ ਗਲਤੀ, ਸ਼ਬਦ ਜੋੜਾਂ ਦੀ ਗਲਤੀ, ਕਈ ਬੱਚੇ ਸਹੀ ਢੰਗ ਨਾਲ ਸੁਣਦੇ ਨਹੀਂ, ਵਿਆਕਰਨ ਦੇ ਵਿੱਚ ਬਹੁਤ ਸਾਰੀਆਂ ਅਸ਼ੁੱਧਤਾ ਹੁੰਦੀਆਂ। ਤਾਂ ਇਸ ਤਰੀਕੇ ਨਾਲ ਬਹੁਤ ਸਾਰੀਆਂ ਭਾਸ਼ਾ ਸੰਬੰਧੀ ਔਂਕੜਾਂ, ਮੁਸ਼ਕਲਾਂ, ਸਮੱਸਿਆਵਾਂ ਹੁੰਦੀਆਂ। ਤਾਂ ਇਹਨਾਂ ਸਮੱਸਿਆਵਾਂ ਦੀ ਜਿਹੜੀ ਜਾਣਕਾਰੀ ਆ ਉਹ ਅਧਿਆਪਕ ਕਿਹੜੀ ਸਿੱਖਿਆ ਦੁਆਰਾ ਪ੍ਰਾਪਤ ਕਰਦਾ ਹੈ। ਤਾਂ ਇਸ ਦਾ ਜਿਹੜੇ ਆਪਸ਼ਨ ਆਪਾਂ ਦੇਖਦੇ ਹਾਂ, ਤਖਸ਼ੀਸ਼ੀ ਸਿੱਖਿਆ, ਸਧਾਰਨ ਸਿੱਖਿਆ, ਆਪਣੇ ਆਪ ਜਾਂ ਕੋਈ ਨਹੀਂ। ਤਾਂ ਇਸ ਦਾ ਉੱਤਰ ਤੁਸੀਂ ਜਿਹੜਾ ਹੈ ਪਹਿਚਾਣ ਕਰ ਲਿਆ ਹੋਏਗਾ ਜੀ। ਇਸ ਦਾ ਉੱਤਰ ਹੈ ਜੀ ਪਹਿਲਾ ਆਪਸ਼ਨ, ਤਖਸ਼ੀਸ਼ੀ ਸਿੱਖਿਆ ਉਸ ਨੂੰ ਕਿਹਾ ਜਾਂਦਾ ਹੈ। ਕਿ ਮਤਲਬ ਬੱਚਿਆਂ ਦੀਆਂ ਸਮੱਸਿਆਵਾਂ ਦੀ ਨੂੰ ਜਾਣਨਾ, ਉਹਦੀ ਪਹਿਚਾਣ ਕਰਨਾ ਵੀ ਕੀ ਸਮੱਸਿਆਵਾਂ ਹੈ। ਅੱਗੇ ਵਧਦੇ ਹਾਂ ਜੀ। ਪ੍ਰਸ਼ਨ ਨੰਬਰ ਦੂਸਰਾ, ਤਖਸ਼ੀਸ਼ੀ ਸਿੱਖਿਆ ਦੇ ਉਦੇਸ਼ ਕੀ ਹਨ। ਹਾਂਜੀ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਕੀ ਉਦੇਸ਼ ਹਨ ਜੀ ਬੱਚਿਆਂ ਭਾਸ਼ਾ ਸੰਬੰਧੀਆਂ ਤਰ੍ਹਾਂ ਦੀਆਂ ਜਿਹੜੀਆਂ ਔਂਕੜਾਂ ਦੀ ਜਿਹੜੀ ਹੈ ਉਹ ਪਹਿਚਾਣ ਕਰਕੇ। ਪਹਿਲਾ ਹੈ ਜੀ ਮਾਨਸਿਕ ਅਤੇ ਬੌਧਿਕ ਵਿਕਾਸ, ਸੰਵੇਗਾਤਮਕ ਅਤੇ ਸਮਾਜਿਕ ਵਿਕਾਸ, ਸਰੀਰਕ ਵਿਕਾਸ ਜਾਂ ਸਾਰੇ। ਤਾਂ ਜਦੋਂ ਬੱਚਿਆਂ ਦੀਆਂ ਭਾਸ਼ਾ ਸੰਬੰਧੀ ਅਲੱਗ-ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਚਾਣ ਕੀਤੀ ਜਾਂਦੀ ਹੈ ਤਾਂ ਅਧਿਆਪਕ ਫਿਰ ਉਸ ਤੋਂ ਬਾਅਦ ਇੱਕ ਦੂਸਰੀ ਸਿੱਖਿਆ, ਉਪਚਾਰਿਕ ਸਿੱਖਿਆ ਦੇ ਦੁਆਰਾ ਫਿਰ ਉਹਨਾਂ ਸਮੱਸਿਆਵਾਂ ਦੀ ਕੀ ਹੈ ਜੀ ਹੱਲ ਵੀ ਕਰਦਾ ਹੈ। ਤਾਂ ਫਿਰ ਬੱਚਾ ਮਾਨਸਿਕ ਤੌਰ 'ਤੇ ਅਤੇ ਬੌਧਿਕ ਤੌਰ ਦੇ ਉੱਪਰ ਸੰਤੁਸ਼ਟ ਹੋ ਜਾਂਦਾ ਹੈ ਵੀ ਉਹਨਾਂ ਨੂੰ ਜਿਹੜੀ ਸਿੱਖਿਆ ਦਿੱਤੀ ਜਾ ਰਹੀ ਹੈ ਭਾਸ਼ਾ ਦੇ ਉੱਪਰ ਉਹ ਵਧੀਆ ਦਿੱਤੀ ਜਾ ਰਹੀ ਹੈ, ਉਹਨਾਂ ਦੀ ਕਮੀਆਂ ਪੇਸ਼ੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਸੰਵੇਗਾਤਮਕ ਤੌਰ 'ਤੇ, ਇਮੋਸ਼ਨਲ ਤੌਰ 'ਤੇ ਬੱਚੇ ਸੰਤੁਸ਼ਟ ਹੁੰਦੇ ਹਨ। ਸਮਾਜਿਕ ਵਿਕਾਸ, ਜਦੋਂ ਬੱਚੇ ਦਾ ਭਾਸ਼ਾ ਦਾ ਵਿਕਾਸ ਵਧੀਆ ਤਰੀਕੇ ਨਾਲ ਹੋਏਗਾ, ਭਾਸ਼ਾ ਨੂੰ ਵਧੀਆ ਤਰੀਕੇ ਨਾਲ ਉਹ ਪੇਸ਼ ਕਰ ਸਕੇਗਾ ਆਪਣੇ ਮਨ ਦੇ ਭਾਵਾਂ ਨੂੰ, ਤਾਂ ਉਹ ਆਪਣੇ ਜਿਹੜੇ ਹੈ ਤਾਲਮੇਲ ਵੀ ਸਮਾਜ ਦੇ ਵਿੱਚ ਜਾਂ ਦੋਸਤ ਮਿੱਤਰ ਜਿਹੜਾ ਹੈ ਜ਼ਿਆਦਾ ਬਣਾਵੇਗਾ। ਸਰੀਰਕ ਵਿਕਾਸ ਵੀ ਜੀ, ਅਤੇ ਜਦੋਂ ਬੱਚੇ ਨੂੰ ਜਦੋਂ ਖੇਡ ਦੇ ਮੈਦਾਨ ਦੇ ਵਿੱਚ ਵੀ ਜਦੋਂ ਬੱਚਾ ਖੇਡਦਾ ਹੈ ਤਾਂ ਉਦੋਂ ਵੀ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ, ਤਾਂ ਸਰੀਰਕ ਵਿਕਾਸ ਵੀ ਉਸ ਦੇ ਬੱਚੇ ਦਾ ਹੁੰਦਾ ਹੈ। ਤਾਂ ਤਖਸ਼ੀਸ਼ੀ ਸਿੱਖਿਆ ਦੇ ਉਦੇਸ਼ ਫਿਰ ਕੀ ਹੋਏ, ਇਹ ਸਾਰੇ। ਆਪਸ਼ਨ ਨੰਬਰ 4 ਇਸ ਦਾ ਸਹੀ ਆਨਸਰ ਹੈ ਜੀ। ਅੱਗੇ ਵਧਦੇ ਹਾਂ। ਪ੍ਰਸ਼ਨ ਨੰਬਰ ਤੀਸਰਾ, ਤਖਸ਼ੀਸ਼ੀ ਸਿੱਖਿਆ ਦੇਣ ਸਮੇਂ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਤਿਆਰ ਕਰੇ। ਕਿਸ ਲੈਵਲ ਦੇ ਉੱਪਰ ਤਿਆਰ ਕਰੇ? ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ ਜਾਂ ਸਰੀਰਕ ਅਤੇ ਮਾਨਸਿਕ ਦੋਵੇਂ ਜਾਂ ਕੋਈ ਨਹੀਂ। ਤਾਂ ਉੱਪਰ ਜਿਹੜੀ ਆਪਾਂ ਵਿਆਖਿਆ ਡਿਸਕਸ ਕੀਤੀ ਹੈ ਤਾਂ ਉਸ ਦੇ ਅਨੁਸਾਰ ਤੁਸੀਂ ਇਸ ਦਾ ਸਹੀ ਉੱਤਰ ਪਹਿਚਾਣ ਲਿਆ ਹੋਏਗਾ ਜੀ। ਤਾਂ ਇਸ ਦਾ ਆਨਸਰ ਹੈ ਤੀਸਰਾ ਆਪਸ਼ਨ, ਸਰੀਰਕ ਅਤੇ ਮਾਨਸਿਕ ਦੋਵੇਂ ਰੂਪ ਦੇ ਉੱਪਰ ਤਿਆਰ ਕਰਨਾ ਚਾਹੀਦਾ ਹੈ। ਅੱਗੇ ਵਧਦੇ ਹਾਂ ਜੀ। ਪ੍ਰਸ਼ਨ ਨੰਬਰ 4, ਬਾਲਕਾਂ ਦੀ ਅਸਲੀ ਪ੍ਰਤਿਭਾ ਨੂੰ ਕਿਸ ਸਿੱਖਿਆ ਰਾਹੀਂ ਪਹਿਚਾਣਿਆ ਜਾਂਦਾ ਹੈ? ਸਧਾਰਨ ਸਿੱਖਿਆ, ਕੁਦਰਤੀ ਸਿੱਖਿਆ, ਤਖਸ਼ੀਸ਼ੀ ਸਿੱਖਿਆ ਜਾਂ ਕੋਈ ਨਹੀਂ। ਤਾਂ ਬੱਚਿਆਂ ਦੀ ਜਿਹੜੀ ਅੰਦਰਲੀ ਜਿਹੜੀ ਅਸਲੀ ਪ੍ਰਤਿਭਾ ਹੈ ਭਾਸ਼ਾ ਸੰਬੰਧੀ, ਉਸਦੀ ਮਨੋਵਿਗਿਆਨਕ ਸੰਬੰਧੀ, ਉਹਦੀ ਸਰੀਰਕ, ਉਸਦੀ ਸੰਵੇਗਾਤਮਕ, ਤਾਂ ਉਹਦੀ ਹਰ ਤਰ੍ਹਾਂ ਦੀ ਜਿਹੜੀ ਸਿੱਖਿਆ ਦਾ ਜਿਹੜਾ ਉਦੇਸ਼ ਹੈ ਉਹ ਬੱਚਿਆਂ ਦੀਆਂ ਸਰਵਪੱਖੀ ਜਿਹੜੀ ਪ੍ਰਤਿਭਾ ਹੈ ਉਸ ਦਾ ਵਿਕਾਸ ਕਰਨਾ ਹੁੰਦਾ ਹੈ। ਤਾਂ ਇਹ ਜਿਹੜੀ ਸੰਭਵ ਕਿਸ ਦੇ ਨਾਲ ਹੈ ਜੀ? ਤਖਸ਼ੀਸ਼ੀ ਸਿੱਖਿਆ ਦੇ ਅਨੁਸਾਰ। ਇਸ ਦਾ ਸਹੀ ਉੱਤਰ ਹੈ ਆਪਣੇ ਕੋਲ ਤੀਸਰਾ ਆਪਸ਼ਨ, ਤਖਸ਼ੀਸ਼ੀ ਸਿੱਖਿਆ। ਪ੍ਰਸ਼ਨ ਨੰਬਰ 5 ਦੇਖਦੇ ਹਾਂ, ਭਾਸ਼ਾ ਸੰਬੰਧੀ ਬੱਚਿਆਂ ਦੀਆਂ ਕੀ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਮੈਂ ਤੁਹਾਨੂੰ ਪਹਿਲੇ ਪ੍ਰਸ਼ਨ ਦੇ ਵਿੱਚ ਵੀ ਡਿਸਕਸ ਕਰ ਚੁੱਕਿਆ ਬੋਲ ਕੇ। ਆਪਸ਼ਨ ਹੈ ਜੀ ਆਪਣੇ ਕੋਲ ਬੋਲਣ ਦੀ ਤਰੁਟੀ, ਲਿਖਣ ਅਤੇ ਸ਼ਬਦ ਜੋੜ ਦੀ ਤਰੁਟੀ, ਸੁਣਨ ਦਾ ਦੋਸ਼, ਵਿਆਕਰਨ ਦੇ ਸ਼ੁੱਧ ਪ੍ਰਯੋਗ ਦੀ ਤਰੁਟੀ ਜਾਂ ਸਾਰੇ। ਤਾਂ ਬਿਲਕੁਲ ਜੀ ਇਹ ਸਾਰੀਆਂ ਹੀ ਬੱਚਿਆਂ ਦੀਆਂ ਭਾਸ਼ਾ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਅੱਗੇ ਵਧਦੇ ਹਾਂ।
ਪ੍ਰਸ਼ਨ ਨੰਬਰ 6ਵਾਂ, ਭਾਸ਼ਾ ਸਿੱਖਿਆ ਸੰਬੰਧੀ ਕੀ ਚੁਣੌਤੀਆਂ ਹੋ ਸਕਦੀਆਂ ਹਨ? ਹਾਂਜੀ, ਕੀ ਚੁਣੌਤੀਆਂ ਹੋ ਸਕਦੀਆਂ ਹਨ? ਸੰਪੂਰਨ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਰੁਕਾਵਟਾਂ, ਬੱਚੇ ਦੇ ਕੌਸ਼ਲਾਂ, ਸਾਹਿਤ ਵੰਨਗੀਆਂ ਅਤੇ ਕੁਦਰਤੀ ਪ੍ਰਵਿਰਤੀਆਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਭਾਸ਼ਾ ਪ੍ਰਯੋਗਸ਼ਾਲਾ ਦੀ ਘਾਟ ਜਾਂ ਸਾਰੇ। ਬਿਲਕੁਲ ਜੀ, ਇਹ ਟੌਪਿਕ ਵੀ ਬਣਦਾ ਹੈ ਆਪਣਾ, ਭਾਸ਼ਾ ਸਿੱਖਿਆ ਸੰਬੰਧੀ ਚੁਣੌਤੀਆਂ ਕਿਹੜੀਆਂ ਹਨ। ਤਾਂ ਭਾਸ਼ਾ ਸੰਬੰਧੀ ਜੋ ਵੀ ਸੰਪੂਰਨ ਉਦੇਸ਼ ਹਨ, ਬੱਚੇ ਦਾ ਸਰਬਪੱਖੀ ਵਿਕਾਸ ਕਰਨਾ, ਤਾਂ ਉਸ ਪ੍ਰਾਪਤੀ ਦੇ ਵਿੱਚ ਕੁਛ ਨਾ ਕੁਛ ਰੁਕਾਵਟਾਂ ਰਹਿ ਜਾਂਦੀਆਂ ਹਨ। ਬੱਚੇ ਦੇ ਕੌਸ਼ਲਾਂ, ਠੀਕ ਹੈ, ਜਿਵੇਂ ਕਿ ਸੁਣਨਾ, ਬੋਲਣਾ, ਪੜ੍ਹਨਾ, ਲਿਖਣਾ, ਸਾਹਿਤਕ ਵੰਨਗੀਆਂ, ਉਹਨੂੰ ਕਵਿਤਾ ਕਿਸ ਢੰਗ ਨਾਲ ਪੜ੍ਹਾਉਣੀ ਹੈ, ਕਵਿਤਾ ਦੇ ਉਦੇਸ਼ ਕੀ ਹਨ, ਕਹਾਣੀ, ਠੀਕ ਹੈ, ਇਹਨਾਂ ਦੇ ਕੀ ਉਦੇਸ਼ ਹਨ, ਕਿਉਂ ਪੜ੍ਹਾਈ ਜਾਂਦੀਆਂ ਹਨ, ਉਹਨਾਂ ਦੀ ਕੁਦਰਤੀ ਪ੍ਰਵਿਰਤੀਆਂ ਕੀ ਹਨ, ਉਹਨਾਂ ਦੀ ਕੁਦਰਤੀ ਮਨੋ ਵਿਗਿਆਨਿਕ ਲੋੜਾਂ ਕੀ ਹਨ, ਇਹਦੇ ਵੱਲ ਕੀ ਹੈ ਜੀ, ਕੁਝ ਹੱਦ ਤੱਕ ਜਿਹੜਾ ਧਿਆਨ ਘੱਟ ਦਿੱਤਾ ਜਾਂਦਾ ਹੈ। ਭਾਸ਼ਾ ਪ੍ਰਯੋਗਸ਼ਾਲਾ ਦੀ ਘਾਟ, ਪੰਜਾਬੀ ਭਾਸ਼ਾ ਨੂੰ ਕੀ ਹੈ, ਇੱਕ ਸਧਾਰਨ ਭਾਸ਼ਾ ਸਮਝ ਕੇ ਭਾਸ਼ਾ ਪ੍ਰਯੋਗਸ਼ਾਲਾ ਦੀ ਜਿਹੜੀ ਹੈ ਘਾਟ ਦਾ, ਜਾਂ ਕਹਿ ਲਓ ਵੀ ਘੱਟ ਪ੍ਰਯੋਗ ਕੀਤਾ ਜਾਂਦਾ ਹੈ। ਤਾਂ ਇਹ ਸਾਰੀਆਂ ਹੀ ਚੁਣੌਤੀਆਂ ਅੱਜ ਕੱਲ੍ਹ ਬਣੀਆਂ ਹੋਈਆਂ ਹਨ। ਤਾਂ ਇਸ ਦਾ ਉੱਤਰ ਆਏਗਾ ਜੀ ਚੌਥਾ ਆਪਸ਼ਨ। ਅੱਗੇ ਵਧਦੇ ਹਾਂ, ਪੰਜਾਬੀ ਭਾਸ਼ਾ ਸੰਬੰਧੀ ਕੀ ਸਮੱਸਿਆਵਾਂ ਹੋ ਸਕਦੀਆਂ ਹਨ ਜੀ? ਪੰਜਾਬੀ ਭਾਸ਼ਾ ਅਧਿਆਪਨ, ਟੀਚਿੰਗ ਸੰਬੰਧੀ ਕੀ ਸਮੱਸਿਆਵਾਂ ਹੋ ਸਕਦੀਆਂ ਹਨ? ਆਧੁਨਿਕ ਸਿੱਖਿਆ, ਸਿਖਲਾਈ ਅਤੇ ਆਤਮ ਵਿਸ਼ਵਾਸ ਵਿੱਚ ਕਮੀ, ਭਾਸ਼ਾ ਦਾ ਮੂਲ ਰੂਪ ਮੌਖਿਕ ਹੋਣ ਕਰਕੇ ਪਰੰਤੂ ਸਿਰਫ ਲਿਖਤੀ ਪ੍ਰੀਖਿਆ ਉੱਤੇ ਅਧਿਕ ਜ਼ੋਰ ਦਿੱਤਾ ਜਾਂਦਾ ਹੈ। ਕਹਿਣ ਦਾ ਮਤਲਬ ਬੱਚਿਆਂ ਨੂੰ ਮੌਖਿਕ ਰੂਪ ਦੇ ਵਿੱਚ ਭਾਸ਼ਾ ਪ੍ਰਯੋਗ ਦੇ ਜਿਹੜੇ ਮੌਕੇ ਆ ਉਹ ਬਹੁਤ ਘੱਟ ਦਿੱਤੇ ਜਾਂਦੇ ਹਨ, ਸਿਰਫ ਲਿਖਤੀ ਪ੍ਰੀਖਿਆ ਦੇ ਉੱਪਰ ਜ਼ੋਰ ਜ਼ਿਆਦਾ ਦਿੱਤਾ ਜਾਂਦਾ ਹੈ। ਪਾਠਕ੍ਰਮ ਤੇ ਪਾਠ ਪੁਸਤਕਾਂ ਵਿੱਚ ਕਮੀ, ਕਿ ਜੋ ਭਾਸ਼ਾ ਦੇ ਉਦੇਸ਼ ਹਨ, ਜੋ ਸਰਬਪੱਖੀ ਉਦੇਸ਼ ਹਨ, ਤਾਂ ਉਹ ਸਰਬਪੱਖੀ ਉਦੇਸ਼ਾਂ ਦੇ ਵੱਲ ਪਾਠਕ੍ਰਮ ਦੇ ਵਿੱਚ ਜਾਂ ਪਾਠ ਪੁਸਤਕਾਂ ਦੇ ਵਿੱਚ ਕੁਝ ਕਮੀਆਂ ਰਹਿ ਜਾਂਦੀਆਂ ਹਨ। ਤਾਂ ਇਹ ਸਾਰੇ ਇਸ ਦਾ ਉੱਤਰ ਆਵੇਗਾ ਜੀ। ਤਾਂ ਇਹ ਸਾਰੇ ਆਪਸ਼ਨ ਮੈਂ ਇਸ ਕਰਕੇ ਰੱਖੇ ਹੈ ਕਿ ਤੁਹਾਨੂੰ ਇੱਕ MCQs ਦੇ ਨਾਲ ਤੁਹਾਨੂੰ ਇੱਕ ਥਿਊਰੀ ਜਿਹੜੀ ਹੈ ਉਹ ਵੀ ਕਲੀਅਰ ਹੋ ਜਾਵੇ, ਠੀਕ ਹੈ। ਅੱਗੇ ਹੈ ਜੀ ਪ੍ਰਸ਼ਨ ਨੰਬਰ 8ਵਾਂ, ਪੰਜਾਬੀ ਸਿੱਖਿਆ ਸੰਬੰਧੀ ਸਮੱਸਿਆਵਾਂ ਦਾ ਹੱਲ ਕਿਵੇਂ ਕੀਤਾ ਜਾ ਸਕਦਾ ਹੈ? ਜੋ ਉੱਪਰ ਆਪਾਂ ਸਮੱਸਿਆਵਾਂ ਦੀ ਗੱਲ ਕੀਤੀ ਹੈ, ਉਹਨਾਂ ਨੂੰ ਹੱਲ ਕਿਵੇਂ ਕੀਤਾ ਜਾ ਸਕਦਾ ਹੈ? ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦੇਣਾ, ਬਿਲਕੁਲ ਠੀਕ ਹੈ। ਭਾਸ਼ਾ ਸੰਬੰਧੀ ਉਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਸਿੱਖਿਆ ਦਿੱਤੀ ਜਾਵੇ। ਜੋ ਭਾਸ਼ਾ ਸੰਬੰਧੀ ਸੰਪੂਰਨ ਉਦੇਸ਼ ਹਨ, ਬੱਚੇ ਦਾ ਸਰਬਪੱਖੀ ਵਿਕਾਸ ਕਰਨਾ, ਉਹਨਾਂ ਉਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਸਿੱਖਿਆ ਦਿੱਤੀ ਜਾਵੇ ਕਿ ਬੱਚੇ ਨੂੰ ਸਿਰਫ ਇੱਕ ਬੋਲਣਾ ਜਾਂ ਸਿਰਫ ਲਿਖਣ ਤੱਕ ਹੀ ਸੀਮਿਤ ਨਾ ਰੱਖਿਆ ਜਾਵੇ। ਉਸ ਨੂੰ ਵੱਧ ਤੋਂ ਵੱਧ ਭਾਸ਼ਾ ਦੇ ਨੂੰ ਠੀਕ ਢੰਗ ਨਾਲ ਸੁਣਨਾ ਸਿਖਾਇਆ ਜਾਵੇ, ਉਸ ਨੂੰ ਬੋਲਣਾ ਸਿਖਾਇਆ ਜਾਵੇ, ਵਧੀਆ ਰੂਪ ਦੇ ਨਾਲ ਉਸ ਨੂੰ ਪੜ੍ਹਨਾ ਸਿਖਾਇਆ ਜਾਵੇ ਸ਼ੁੱਧ ਰੂਪ ਦੇ ਵਿੱਚ, ਅਤੇ ਸ਼ੁੱਧ ਰੂਪ ਦੇ ਵਿੱਚ ਉਸ ਨੂੰ ਲਿਖਣਾ ਵੀ ਸਿਖਾਇਆ ਜਾਵੇ। ਹੋਰ ਵੀ ਇਸ ਦੇ ਬਹੁਤ ਸਾਰੇ ਉਦੇਸ਼ ਹੋ ਸਕਦੇ ਹਨ। ਅਤੇ ਇਸ ਦਾ ਉੱਤਰ ਹੈ ਜੀ ਆਪਣੇ ਕੋਲੇ ਚੌਥਾ ਆਪਸ਼ਨ। ਇਹ ਸਾਰੇ ਹੀ ਤਰੀਕੇ ਨਾਲ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ। ਅੱਗੇ ਵਧਦੇ ਹਾਂ ਜੀ, ਪ੍ਰਸ਼ਨ ਹੈ ਆਪਣੇ ਕੋਲੇ 9ਵਾਂ, ਪੰਜਾਬੀ ਸਿੱਖਿਆ ਸੰਬੰਧੀ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾ ਸਕਦਾ? ਕੁਝ ਹੋਰ ਆਪਸ਼ਨਾਂ ਇਸ ਦੇ ਵਿੱਚ ਆਉਣਗੀਆਂ। ਪੁਸਤਕਾਲੇ ਜਾਂ ਲਾਇਬ੍ਰੇਰੀ ਦੀ ਉਚਿਤ ਵਰਤੋਂ ਕਰਨਾ ਜਾਂ ਪ੍ਰਯੋਗ ਵਿੱਚ ਲਿਆਉਣਾ ਜੀ। ਜਦੋਂ ਬੱਚਿਆਂ ਲਈ ਵੱਧ ਤੋਂ ਵੱਧ ਪੁਸਤਕਾਲੇ ਦਾ ਪ੍ਰਯੋਗ ਕਰਨ ਲਈ ਮੌਕੇ ਦਿੱਤੇ ਜਾਣਗੇ, ਉਹਨਾਂ ਨੂੰ ਕੰਮ ਹੀ ਇਸ ਤਰੀਕੇ ਦੇ ਨਾਲ ਦਿੱਤੇ ਜਾਣਗੇ ਕਿ ਉਹ ਲਾਇਬ੍ਰੇਰੀ ਦਾ ਪ੍ਰਯੋਗ ਕਰਨ ਅਤੇ ਭਾਸ਼ਾ ਦੇ ਉੱਪਰ ਵੱਧ ਤੋਂ ਵੱਧ ਆਪਣੀ ਜਿਹੜੀ ਕਮੀਆਂ ਉਹਨਾਂ ਨੂੰ ਦੂਰ ਕੀਤਾ ਜਾਵੇ ਅਤੇ ਉਹਨਾਂ ਨੂੰ ਨਵੀਆਂ ਤਕਨੀਕਾਂ ਦੇ ਅਨੁਸਾਰ ਜਿਹੜਾ ਹੈ ਉਹ ਕੰਮ ਕਰਵਾਇਆ ਜਾਵੇ ਜੀ। ਸੈਮੀਨਾਰਾਂ ਅਤੇ ਵਰਕਸ਼ਾਪਾਂ ਦਾ ਉਚਿਤ ਪ੍ਰਬੰਧ, ਬਿਲਕੁਲ ਠੀਕ ਹੈ ਜੀ। ਵਰਕਸ਼ਾਪਾਂ ਦੇ ਵਿੱਚ ਵੀ ਜੋ ਭਾਸ਼ਾ ਪ੍ਰਯੋਗਸ਼ਾਲਾ ਹੁੰਦੀ ਹੈ ਉਸ ਦੇ ਵਿੱਚ ਵੀ ਤਰ੍ਹਾਂ ਦੇ ਪ੍ਰਯੋਗ ਕਰਵਾ ਕੇ ਬੱਚਿਆਂ ਨੂੰ ਉਹਨਾਂ ਦੇ ਜਿਹੜੇ ਭਾਸ਼ਾ ਦੇ ਕੌਸ਼ਲ ਹੈ, ਸੁਣਨਾ, ਬੋਲਣਾ, ਪੜ੍ਹਨਾ, ਲਿਖਣਾ, ਅਤੇ ਉਹਨਾਂ ਦੇ ਉੱਪਰ ਵੀ ਪੂਰੀ ਵਿਸਥਾਰ ਰੂਪ ਦੇ ਨਾਲ ਜਾਂ ਬੱਚਿਆਂ ਦੀ ਜੋ ਸਮੱਸਿਆਵਾਂ ਹਨ ਉਹਨੂੰ ਸੈਮੀਨਾਰਾਂ ਦੇ ਅਨੁਸਾਰ ਤਾਂ ਵਰਕਸ਼ਾਪਾਂ ਦੇ ਵਿੱਚ ਉਹਨਾਂ ਨੂੰ ਉਚਿਤ ਢੰਗ ਨਾਲ ਉਸਦਾ ਹੱਲ ਕੀਤਾ ਜਾਵੇ। ਭਾਸ਼ਾ ਪ੍ਰਯੋਗਸ਼ਾਲਾ ਅਤੇ ਸੰਪੂਰਨ ਅਤੇ ਉਚਿਤ ਸਹਾਇਕ ਸਮੱਗਰੀ ਦੀ ਵਰਤੋਂ, ਉਹੀ ਗੱਲ ਆ ਗਈ ਜੀ। ਫਿਰ ਪ੍ਰਯੋਗਸ਼ਾਲਾ ਦੇ ਵਿੱਚ ਵੱਖ ਤਰ੍ਹਾਂ ਦੀ ਸਹਾਇਕ ਸਮੱਗਰੀ ਹੁੰਦੀ ਹੈ, ਜਿਵੇਂ ਕਿ ਦੇਖਣਯੋਗ, ਸੁਣਨਯੋਗ, ਅਤੇ ਦੋਵੇਂ ਸੁਣਨ ਅਤੇ ਦੇਖਣਯੋਗ, ਅਤੇ ਇਹਨਾਂ ਦਾ ਬਹੁਤ ਸਾਰੀਆਂ ਜਿਹੜੀ ਸਹਾਇਕ ਸਮੱਗਰੀ ਹੁੰਦੀ ਹੈ। ਇਹ ਵੀ ਆਪਣਾ ਇੱਕ ਟੌਪਿਕ ਹੈ, ਇਸ ਨੂੰ ਆਪਾਂ ਵਿਸਥਾਰ ਨਾਲ ਡਿਸਕਸ ਕਰਾਂਗੇ। ਤਾਂ ਇਹ ਸਹਾਇਕ ਸਮੱਗਰੀ ਦਾ ਉਚਿਤ ਪ੍ਰਯੋਗ ਕਰਕੇ ਵੀ ਬੱਚਿਆਂ ਦੀਆਂ ਜਿਹੜੀਆਂ ਭਾਸ਼ਾ ਸੰਬੰਧੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਤਾਂ ਮੈਂ ਕਾਫੀ ਸਾਰੇ MCQs ਲਿਖੇ ਹੋਏ ਹਨ, ਲੱਗਦਾ ਹੈ ਕਿ ਵੀਡੀਓ ਥੋੜ੍ਹੀ ਵੱਡੀ ਬਣ ਜਾਣੀ ਹੈ। ਚਲੋ ਕੋਈ ਗੱਲ ਨਹੀਂ, ਫਟਾਫਟ ਆਪਾਂ ਡਿਸਕਸ ਕਰਦੇ ਹਾਂ ਜੀ। ਬਹੁਤ ਹੀ ਇੰਪੋਰਟੈਂਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ। ਇਹਦੇ ਇੱਕ ਕੁਐਸਚਨ ਜਿਹੜੇ ਹੈ ਉਹ ਧਿਆਨ ਦੇਣ ਯੋਗ ਹਨ ਜੀ। ਤਾਂ ਜਿਵੇਂ ਕਿ ਤੁਸੀਂ ਆਪਣੇ ਇਹ MCQs ਜਿਹੜੇ ਲਿਖ ਲਿਆ ਕਰੋ, ਜਾਂ ਇਹਨਾਂ ਦੀ PDF ਮੈਂ ਤੁਹਾਨੂੰ ਸੈਂਡ ਕਰ ਦੇਵਾਂਗਾ ਜੀ। ਅਤੇ ਕਿਸੇ ਤਰ੍ਹਾਂ ਦੀ ਵੀ ਕੋਈ ਕੁਐਰੀਜ਼ ਹੋਵੇ ਤਾਂ ਜੋ ਸਾਡੇ WhatsApp ਨੰਬਰ ਹੈ
ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀ ਗਈ ਹੈ, ਉਹ ਤੁਸੀਂ ਜ਼ਰੂਰ ਚੈੱਕ ਕਰ ਲੈਣਾ ਜੀ। ਉਸ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ ਜਾਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਕਰ ਸਕਦੇ ਹੋ। ਪ੍ਰਸ਼ਨ ਨੰਬਰ 10ਵਾਂ ਦੇਖਦੇ ਹਾਂ ਜੀ, ਭਾਸ਼ਾ ਸੰਬੰਧੀ ਪ੍ਰੀਖਿਆ ਪ੍ਰਣਾਲੀ ਕਿਵੇਂ ਦੀ ਹੋਵੇ। ਜਦੋਂ ਬੱਚਿਆਂ ਦੀ ਤਖਸ਼ੀਸ਼ੀ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਬੱਚਿਆਂ ਦੀਆਂ ਤਰ੍ਹਾਂ ਦੀਆਂ ਸਮੱਸਿਆਵਾਂ ਭਾਸ਼ਾ ਸੰਬੰਧੀ ਉਸ ਦੀ ਪਹਿਚਾਣ ਕਰਨੀ ਹੁੰਦੀ ਹੈ, ਤਾਂ ਉਹ ਕਿਵੇਂ ਕੀਤੀ ਜਾਵੇ ਜੀ। ਕੇਵਲ ਮੌਖਿਕ ਪ੍ਰੀਖਿਆ ਦੁਆਰਾ, ਕੇਵਲ ਲਿਖਤ ਪ੍ਰੀਖਿਆ ਦੁਆਰਾ, ਜਾਂ ਮੌਖਿਕ ਅਧਿਕ ਪਰ ਲਿਖਤ ਘੱਟ। ਚੌਥਾ ਹੈ ਜੀ ਮੌਖਿਕ ਅਤੇ ਲਿਖਤ ਦੋਵੇਂ। ਤਾਂ ਭਾਸ਼ਾ ਸੰਬੰਧੀ ਬੱਚਿਆਂ ਦੀ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਉਹ ਮੌਖਿਕ ਅਤੇ ਲਿਖਤ ਦੋਵੇਂ ਤਰੀਕੇ ਨਾਲ ਜਿਹੜੀ ਹੈ ਪਹਿਚਾਣ ਹੁੰਦੀ ਹੈ ਕਿ ਬੱਚਿਆਂ ਨੂੰ ਮੌਖਿਕ ਰੂਪ ਦੇ ਵਿੱਚ ਕਿਸ ਤਰੀਕੇ ਨਾਲ ਸਮੱਸਿਆ ਆ ਰਹੀ ਹੈ, ਲਿਖਣ ਦੇ ਵਿੱਚ ਕਿਸ ਤਰੀਕੇ ਦੀ ਸਮੱਸਿਆ ਆ ਰਹੀ ਹੈ, ਉਹ ਸ਼ੁੱਧ ਰੂਪ ਲਿਖ ਪਾ ਰਹੀ ਹੈ ਜਾਂ ਨਹੀਂ ਲਿਖ ਪਾ ਰਹੀ ਜੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 11, ਭਾਸ਼ਾ ਸਿੱਖਿਆ ਵਿੱਚ ਸਹਾਇਕ ਸਮੱਗਰੀ ਕਿਵੇਂ ਦੀ ਹੋਵੇ। ਜਦੋਂ ਬੱਚੇ ਨੂੰ ਭਾਸ਼ਾ ਸਿੱਖਿਆ ਦਿੱਤੀ ਜਾ ਰਹੀ ਹੈ ਤਾਂ ਕਿਹੜੀ ਜਿਹੜੀ ਹੈ ਸਹਾਇਕ ਸਮੱਗਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਵੇਂ ਕਿ ਚਾਰਟ, ਮਾਡਲ, ਲਿੰਗੁਆਫੋਨ, ਗ੍ਰਾਮੋਫੋਨ, ਮਿਊਜ਼ੀਅਮ ਅਤੇ ਟੇਪ ਰਿਕਾਰਡਰ, ਇਹ ਸਾਰੇ ਜੀ। ਠੀਕ ਹੈ, ਲਿੰਗੁਆਫੋਨ ਅਤੇ ਗ੍ਰਾਮੋਫੋਨ ਵੈਰੀ ਇੰਪੋਰਟੈਂਟ ਜਿਹੜੀ ਹੈ ਸਹਾਇਕ ਸਮੱਗਰੀ ਹੈ ਜੀ ਭਾਸ਼ਾ ਸੰਬੰਧੀ ਸਿੱਖਿਆ ਦੇਣ ਲਈ। ਤਾਂ ਇਹਦੇ ਵਿੱਚ ਆਨਸਰ ਆਏਗਾ ਫਿਰ ਆਪਣੇ ਕੋਲੇ ਚੌਥਾ ਜੀ। ਤਾਂ ਇਹ ਸਾਰੇ ਹੀ ਜਿਹੜੀ ਹੈ ਸਹਾਇਕ ਸਮੱਗਰੀ ਹੋਣੀ ਚਾਹੀਦੀ ਹੈ। ਤਾਂ ਉਮੀਦ ਹੈ ਕਿ ਤੁਹਾਨੂੰ ਇਹ MCQs ਵਧੀਆ ਲੱਗ ਰਹੇ ਹੋਣਗੇ। ਕੁਝ MCQs ਦੇ ਨਾਲ ਜਿਹੜੀ ਥਿਊਰੀਜ਼ ਹੈ ਉਹ ਆਪਾਂ ਡਿਸਕਸ ਕਰ ਰਹੇ ਹਾਂ, ਉਹ ਵੀ ਵਧੀਆ ਲੱਗ ਰਹੀ ਹੋਏਗੀ ਜੀ। ਅੱਗੇ ਜੀ ਪ੍ਰਸ਼ਨ ਨੰਬਰ 12, ਭਾਸ਼ਾ ਦੇ ਕੌਸ਼ਲ ਕਿਹੜੇ ਹਨ ਜੀ। ਭਾਸ਼ਾ ਦੇ ਕੌਸ਼ਲ ਆਪਾਂ ਨੂੰ ਪਤਾ 4 ਹੁੰਦੇ ਹੈ, ਸੁਣਨਾ ਜਾਂ ਬੋਲਣਾ, ਪੜ੍ਹਨਾ ਤੇ ਲਿਖਣਾ ਜਾਂ ਸਾਰੇ। ਬਿਲਕੁਲ ਜੀ, ਇਹ 4 ਕੌਸ਼ਲ ਹੁੰਦੇ ਆ। ਕਿਹੜੇ? ਸੁਣਨਾ, ਬੋਲਣਾ, ਪੜ੍ਹਨਾ ਤੇ ਲਿਖਣਾ। ਤਾਂ ਇਹ ਚਾਰੇ ਹੀ ਕੌਸ਼ਲ ਭਾਸ਼ਾ ਦੇ ਹੁੰਦੇ ਹਨ। ਤਾਂ ਆਨਸਰ ਫਿਰ ਆਪਣੇ ਕੋਲ ਕਿਹੜਾ ਆ ਗਿਆ, ਆਪਸ਼ਨ ਨੰਬਰ 4। ਅੱਗੇ ਵਧਦੇ ਹਾਂ ਪ੍ਰਸ਼ਨ ਨੰਬਰ 13, ਭਾਸ਼ਾ ਦੇ ਕੌਸ਼ਲਾਂ ਦਾ ਸਹੀ ਕ੍ਰਮ ਕੀ ਹੋਣਾ ਚਾਹੀਦਾ ਜੀ। ਵੈਰੀ ਇੰਪੋਰਟੈਂਟ ਕੁਐਸਚਨ ਜੀ। ਕਈ ਵਾਰ ਕੁਐਸਚਨ ਆਇਆ ਹੋਇਆ ਪਿਛਲੇ ਪੇਪਰਾਂ ਦੇ ਵਿੱਚ ਕਿ ਬੱਚੇ ਦੇ ਕੌਸ਼ਲ ਤਾਂ ਚਾਰ ਆਪਾਂ ਨੂੰ ਪਤਾ ਹੈ ਕਿ ਉਹਦਾ ਸਹੀ ਕ੍ਰਮ ਕਿਸ ਤਰੀਕੇ ਦਾ ਹੋਵੇ, ਕਿਸ ਤਰੀਕੇ ਉਹਨਾਂ ਦਾ ਕੌਸ਼ਲਾਂ ਦਾ ਵਿਕਾਸ ਕੀਤਾ ਜਾਵੇ। ਆਪਸ਼ਨ ਦੇਖਦੇ ਹਾਂ, ਪਹਿਲਾ ਬੋਲਣਾ, ਲਿਖਣਾ, ਪੜ੍ਹਨਾ ਤੇ ਸੁਣਨਾ। ਇੱਥੇ ਬੋਲਣਾ ਜਿਹੜਾ ਹੈ ਪਹਿਲਾਂ ਦੱਸਿਆ ਜਾ ਰਿਹਾ ਜੀ ਗਲਤ ਹੈ। ਸੁਣਨਾ, ਲਿਖਣਾ, ਪੜ੍ਹਨਾ ਤੇ ਬੋਲਣਾ ਠੀਕ ਹੈ, ਇਹਦੇ ਵਿੱਚ ਵੀ ਤਰਤੀਬ ਜਿਹੜੀ ਹੈ ਗਲਤ ਹੈ। ਸੁਣਨਾ, ਬੋਲਣਾ, ਪੜ੍ਹਨਾ ਤੇ ਲਿਖਣਾ। ਦੇਖਦੇ ਹਾਂ ਅੱਗੇ, ਲਿਖਣਾ, ਪੜ੍ਹਨਾ, ਬੋਲਣਾ ਤੇ ਸੁਣਨਾ ਜੀ। ਪ੍ਰੈਕਟੀਕਲ ਜਿਹਾ ਕੁਐਸਚਨ ਹੈ। ਜਦੋਂ ਬੱਚਾ ਛੋਟਾ ਹੁੰਦਾ ਹੈ ਤਾਂ ਆਪਾਂ ਉਹਨੂੰ ਭਾਸ਼ਾ ਦੀ ਸਿੱਖਿਆ ਦਿੰਦੇ ਹਾਂ ਘਰ ਦੇ ਵਿੱਚ, ਮਾਤਰ ਭਾਸ਼ਾ ਦੇ ਨਾਲ ਗੱਲ ਸਮਝੀਏ ਤਾਂ ਬੱਚਾ ਪਹਿਲਾਂ ਸੁਣਨਾ ਸਿੱਖਦਾ ਹੈ ਜੀ। ਠੀਕ ਹੈ, ਫਿਰ ਉਸਨੂੰ ਉਸ ਦੇ ਮੁਤਾਬਕ ਹੀ ਉਸ ਦੀ ਨਕਲ ਕਰਦਾ ਹੋਇਆ, ਉਸ ਦਾ ਅਨੁਕਰਨ ਕਰਦਾ ਹੋਇਆ ਬੋਲਣਾ ਸਿੱਖਦਾ ਹੈ। ਫਿਰ ਬੱਚਾ ਜਦੋਂ ਸਕੂਲ ਦੇ ਵਿੱਚ ਜਾਂਦਾ ਹੈ ਤਾਂ ਭਾਸ਼ਾ ਨੂੰ ਪੜ੍ਹਨਾ ਸਿੱਖਦਾ ਹੈ। ਜਦੋਂ ਸਹੀ ਤਰੀਕੇ ਨਾਲ ਪੜ੍ਹਨਾ ਸਿੱਖ ਜਾਂਦਾ ਹੈ ਤਾਂ ਫਿਰ ਉਸ ਤੋਂ ਬਾਅਦ ਉਸਨੂੰ ਲਿਖਣਾ ਵੀ ਸਿਖਾਇਆ ਜਾਂਦਾ ਹੈ। ਤਾਂ ਭਾਸ਼ਾ ਦੇ ਕੌਸ਼ਲਾਂ ਦਾ ਸਹੀ ਕ੍ਰਮ ਕੀ ਹੋਇਆ, ਫਿਰ ਆਪਸ਼ਨ ਆਪਣੇ ਕੋਲੇ ਤੀਸਰਾ, ਸੁਣਨਾ, ਬੋਲਣਾ, ਪੜ੍ਹਨਾ ਤੇ ਲਿਖਣਾ। ਠੀਕ, ਅੱਗੇ ਵਧਦੇ ਹਾਂ ਜੀ ਪ੍ਰਸ਼ਨ ਨੰਬਰ ਆਪਾਂ 14 ਦੇ ਉੱਪਰ। ਸੁਲੇਖ ਕੀ ਹੁੰਦਾ ਹੈ ਜੀ ਕਿ ਬੱਚਿਆਂ ਨੂੰ ਕਿਸੇ ਵੀ ਟੌਪਿਕ ਦੇ ਉੱਪਰ ਉਹਨਾਂ ਦੇ ਜਿਹੜੇ ਮਨ ਦੇ ਜਿਹੜੇ ਭਾਵ ਹੈ ਉਹ ਵੱਧ ਤੋਂ ਵੱਧ ਪੇਸ਼ ਕਰਨ ਦੀ ਜਿਹੜੀ ਇੱਕ ਵਿਧੀ ਹੈ। ਤਾਂ ਸੁਲੇਖ ਦੀ ਜਾਂਚ ਜਿਹੜੀ ਹੈ ਕਿਸ ਭਾਸ਼ਾ ਪ੍ਰੀਖਿਆ ਵਿਧੀ ਰਾਹੀਂ ਹੁੰਦੀ ਹੈ ਜੀ। ਬੋਲ ਲਿਖਤ ਵਿਧੀ, ਮੌਖਿਕ ਪ੍ਰੀਖਿਆ, ਵਾਚਨ ਪ੍ਰੀਖਿਆ ਜਾਂ ਕੋਈ ਨਹੀਂ। ਸੁਲੇਖ ਇਸ ਦਾ ਸਹੀ ਉੱਤਰ ਹੈ ਜੀ ਆਪਣੇ ਕੋਲੇ, ਤੁਸੀਂ ਪਹਿਚਾਣ ਕਰ ਲਿਆ ਹੋਏਗਾ, ਬੋਲ ਲਿਖਤ ਵਿਧੀ ਜੀ। ਜਿਵੇਂ ਬੱਚਿਆਂ ਨੂੰ ਜਿਹੜਾ ਸਿਖਾਇਆ ਜਾਂਦਾ ਹੈ ਕਿ ਬੱਚੋ ਲਿਖਣ ਤੋਂ ਪਹਿਲਾਂ ਉਸ ਸ਼ਬਦ ਨੂੰ ਬੋਲੋ, ਫਿਰ ਉਸ ਨੂੰ ਵਧੀਆ ਤਰੀਕੇ ਨਾਲ ਲਿਖੋ। ਤੇ ਜਿਵੇਂ ਬੱਚਾ ਬੋਲੇਗਾ, ਸੋਹਣੇ ਤਰੀਕੇ ਨਾਲ ਬੋਲੇਗਾ, ਸ਼ੁੱਧ ਰੂਪ ਦੇ ਵਿੱਚ ਬੋਲੇਗਾ ਤਾਂ ਉਸੇ ਹੀ ਸ਼ੁੱਧ ਰੂਪ ਨੂੰ ਉਹ ਲਿਖਣ ਦੀ ਕੋਸ਼ਿਸ਼ ਕਰੇਗਾ ਜੀ। ਤਾਂ ਉਸ ਲੇਖ ਦੀ ਜਾਂਚ ਬੋਲ ਲਿਖਤ ਵਿਧੀ ਦੁਆਰਾ ਹੁੰਦੀ ਹੈ। ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਜੀ, ਕਈ ਵਾਰ ਆਇਆ ਹੋਇਆ ਪੇਪਰ ਦੇ ਵਿੱਚ। ਅੱਗੇ ਵਧਦੇ ਹਾਂ ਪ੍ਰਸ਼ਨ ਨੰਬਰ 15, ਭਾਸ਼ਾ ਵਿੱਚ ਸ਼ਬਦਾਵਲੀ ਗਿਆਨ ਦੀ ਪ੍ਰੀਖਿਆ ਲਈ ਕਿਹੜੀ ਮੁਲਾਂਕਣ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਮੌਖਿਕ ਲਘੂ ਉਤਰਾਤਮਕ ਪ੍ਰੀਖਿਆ ਵਿਧੀ, ਵਸਤੂਨਿਸ਼ਟ ਪ੍ਰੀਖਿਆ ਵਿਧੀ ਜਾਂ ਮੌਖਿਕ ਅਤੇ ਵਸਤੂਨਿਸ਼ਟ ਪ੍ਰੀਖਿਆ ਵਿਧੀ। ਇਸ ਦੇ ਉੱਤਰ ਦੀ ਪਹਿਚਾਣ ਵੀ ਤੁਸੀਂ ਕਰ ਲਈ ਹੋਏਗੀ ਕਿ ਭਾਸ਼ਾ ਵਿੱਚ ਸ਼ਬਦਾਵਲੀ ਗਿਆਨ ਦੀ ਪ੍ਰੀਖਿਆ ਕਿ ਬੱਚੇ ਸ਼ਬਦਾਂ ਦਾ ਪ੍ਰਯੋਗ ਕਿਸ ਢੰਗ ਨਾਲ ਕਰ ਰਹੇ ਆ ਜੀ, ਜੋ ਉਸ ਨੂੰ ਉਹਨਾਂ ਦੇ ਜਿਹੜੇ ਮਨ ਦੇ ਭਾਵ ਹੈ ਉਹ ਉਹਨਾਂ ਠੀਕ ਸ਼ਬਦਾਂ ਦੇ ਅਨੁਸਾਰ ਉਹ ਪੇਸ਼ ਕਰ ਰਹੇ ਹਨ ਜਾਂ ਨਹੀਂ ਕਰ ਰਹੇ ਜੀ। ਤਾਂ ਇਸ ਦਾ ਸਹੀ ਜਿਹੜੀ ਵਿਧੀ ਹੈ ਉਹ ਹੈ ਆਪਣੇ ਕੋਲੇ ਚੌਥਾ ਆਪਸ਼ਨ, ਮੌਖਿਕ ਅਤੇ ਵਸਤੂਨਿਸ਼ਟ ਪ੍ਰੀਖਿਆ ਵਿਧੀ। ਮੌਖਿਕ ਵੱਧ ਤੋਂ ਵੱਧ ਮੌਕੇ ਦਿੱਤੇ ਜਾਣ ਉਹਨਾਂ ਨੂੰ। ਵਸਤੂਨਿਸ਼ਟ ਪ੍ਰੀਖਿਆ ਇਹ ਮੌਖਿਕ ਵੀ ਹੋ ਸਕਦੀ ਹੈ ਅਤੇ ਲਿਖਤੀ ਵੀ ਹੋ ਸਕਦੀ ਹੈ ਕਿ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਵੱਧ ਤੋਂ ਵੱਧ ਠੀਕ ਢੰਗ ਨਾਲ ਆਪਣੇ ਜਿਹੜੇ ਮਨ ਦੇ ਭਾਵ ਹੈ ਜਾਂ ਕਹਿ ਲਓ ਕਿ ਪ੍ਰਸ਼ਨ ਦੇ ਜਿਹੜੇ ਉੱਤਰ ਹੈ ਉਹ ਠੀਕ ਢੰਗ ਨਾਲ ਜਾਂ ਕਹਿ ਲਓ ਵੀ ਸਾਗਰ ਦੇ ਵਿੱਚ ਗਾਗਰ ਭਰ ਰਹੇ ਹਨ ਜਾਂ ਨਹੀਂ ਭਰ ਰਹੇ ਜੀ। ਠੀਕ ਹੈ, ਅੱਗੇ ਵਧਦੇ ਪ੍ਰਸ਼ਨ ਨੰਬਰ 16,
ਭਾਸ਼ਾ ਦੀ ਸਿੱਖਿਆ ਵਿੱਚ ਮਹੱਤਵ ਹੁੰਦਾ ਹੈ ਜੀ। ਕਿਸ ਚੀਜ਼ ਦਾ ਮਹੱਤਵ ਹੁੰਦਾ ਹੈ? ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਜੀ, ਆਇਆ ਹੋਇਆ ਕੁਐਸਚਨ ਪੇਪਰਾਂ ਦੇ ਵਿੱਚ। ਤੱਥਾਂ ਦਾ, ਭਾਸ਼ਾ ਦੀ ਪ੍ਰਕਿਰਤੀ ਦਾ, ਸੂਚਨਾਵਾਂ ਦਾ ਜਾਂ ਕੋਈ ਨਹੀਂ। ਭਾਸ਼ਾ ਦੀ ਸਿੱਖਿਆ ਵਿੱਚ ਮਹੱਤਵ ਕਿਸ ਦਾ ਹੁੰਦਾ? ਤੱਥਾਂ ਦਾ ਜੀ। ਤੱਥ ਮਤਲਬ ਉਸ ਦੇ ਵਿੱਚ ਨਿਚੋੜ ਕੀ ਹੈ, ਉਹਦੇ ਵਿੱਚ ਪ੍ਰੇਰਨਾ ਕੀ ਹੈ, ਉਹਦੇ ਵਿੱਚ ਇੱਕ ਤਰ੍ਹਾਂ ਦਾ ਕਹਿ ਲਓ ਵੀ ਮੈਸੇਜ ਕੀ ਹੈ ਉਹਦੇ ਵਿੱਚ, ਠੀਕ ਹੈ, ਤੱਥਾਂ ਦਾ। ਅੱਗੇ ਹੈ ਜੀ ਪ੍ਰਸ਼ਨ ਨੰਬਰ 17, ਬੱਚੇ ਦੀ ਭਾਸ਼ਾ ਗਿਆਨ ਦਾ ਆਧਾਰ ਹੁੰਦਾ ਹੈ। ਭਾਸ਼ਾ ਦੇ ਅੱਖਰ ਅਤੇ ਸ਼ਬਦ ਜਾਂ ਸ਼ਬਦ, ਧੁਨੀਆਂ ਜਾਂ ਵਾਕ। ਬੱਚੇ ਦੀ ਭਾਸ਼ਾ ਗਿਆਨ ਦਾ ਆਧਾਰ ਮਤਲਬ ਬੇਸ ਕੀ ਹੈ ਜੀ, ਉਹਦਾ ਮੁੱਢਲਾ ਰੂਪ ਕੀ ਹੈ? ਤਾਂ ਬਿਲਕੁਲ ਜੀ ਆਪਾਂ ਨੂੰ ਪਤਾ ਹੈ, ਇਸ ਦਾ ਸਹੀ ਉੱਤਰ ਤੁਸੀਂ ਪਹਿਚਾਣ ਕਰ ਲਿਆ ਹੋਏਗਾ। ਆਪਸ਼ਨ ਹੈ ਜੀ ਤੀਸਰਾ, ਧੁਨੀਆਂ। ਤਾਂ ਸਭ ਤੋਂ ਪਹਿਲਾਂ ਬੱਚੇ ਨੂੰ ਧੁਨੀਆਂ ਦਾ ਗਿਆਨ ਜਿਹੜਾ ਹੈ ਦਿੱਤਾ ਜਾਂਦਾ ਹੈ, ਠੀਕ ਹੈ। ਤਾਂ ਧੁਨੀਆਂ ਉਹਦੇ ਭਾਸ਼ਾ ਦਾ ਗਿਆਨ ਹੈ ਕਿ ਕਿਸ ਤਰੀਕੇ ਨਾਲ ਬੋਲਣਾ ਹੈ, ਜਾਂ ਕਹਿ ਲਓ ਇੱਕ ਸ਼ਬਦ ਬੋਲਣਾ ਹੈ, ਜਾਂ ਇੱਕ ਅੱਖਰ ਬੋਲਣਾ ਹੈ, ਜਾਂ 2-3 ਅੱਖਰਾਂ ਵਾਲੇ ਸ਼ਬਦ ਬੋਲਣੇ ਹਨ, ਜਾਂ 4 ਅੱਖਰਾਂ ਵਾਲੇ ਸ਼ਬਦ ਹੋਣਗੇ, ਉਹਨਾਂ ਦਾ ਬੋਲਣ ਦਾ ਤਰੀਕਾ ਕੀ ਹੈ, ਧੁਨੀਆਂ ਕੀ ਹੈ, ਇਹ ਜਿਹੜਾ ਹੈ ਭਾਸ਼ਾ ਦਾ ਉੱਪਰ ਜਿਹੜਾ ਹੈ ਗਿਆਨ ਉਹਦਾ ਜਿਹੜਾ ਟਿਕਿਆ ਹੋਇਆ, ਜਾਂ ਕਹਿ ਲਓ ਭਾਸ਼ਾ ਦਾ ਗਿਆਨ ਦਾ ਬੇਸ ਹੈ, ਆਧਾਰ ਹੈ। ਅੱਗੇ ਵਧਦੇ ਹਾਂ ਜੀ ਪ੍ਰਸ਼ਨ ਨੰਬਰ 11, ਬੱਚੇ ਦਾ ਭਾਸ਼ਾ ਗਿਆਨ ਸ਼ੁਰੂ ਹੁੰਦਾ ਹੈ। ਹੁਣ ਇਹ ਦੇਖੋ ਦੋਵੇਂ ਕੁਐਸਚਨ ਥੋੜ੍ਹੇ ਹੈ ਮਿਕਸ ਜੀ ਹੈ, ਪਰ ਇਹਨਾਂ ਦੇ ਵਿੱਚ ਬਹੁਤ ਫਰਕ ਹੈ, ਤੁਸੀਂ ਕਨਫਿਊਜ਼ ਨਾ ਹੋ ਜਾਓ। ਇੱਥੇ ਗੱਲ ਕੀਤੀ ਗਈ ਸੀ ਆਧਾਰ, ਇੱਥੇ ਗੱਲ ਕੀਤੀ ਗਈ ਸ਼ੁਰੂਆਤ। ਜਦੋਂ ਬੱਚੇ ਨੂੰ ਭਾਸ਼ਾ ਸਿਖਾਈ ਜਾਂਦੀ ਹੈ ਉਦੋਂ ਕੀ ਸਿਖਾਇਆ ਜਾਂਦਾ ਹੈ ਜੀ? ਇੱਕ ਸ਼ਬਦ ਤੋਂ, ਇੱਕ ਧੁਨੀ ਤੋਂ, ਇੱਕ ਵਾਕ ਤੋਂ, ਜਾਂ ਇੱਕ ਬੁਝਾਰਤ ਤੋਂ। ਦਾ ਇਸ ਦਾ ਸਹੀ ਉੱਤਰ ਤੁਸੀਂ ਪਹਿਚਾਣ ਕਰ ਲਿਆ ਹੋਏਗਾ ਜੀ, ਉਹ ਹੈ ਇਸ ਦਾ ਉੱਤਰ ਪਹਿਲਾ ਆਪਸ਼ਨ, ਇੱਕ ਸ਼ਬਦ ਤੋਂ। ਬੱਚੇ ਨੂੰ ਇੱਕ ਸ਼ਬਦ ਬੋਲ ਕੇ ਦੱਸਿਆ ਜਾਂਦਾ ਹੈ। ਆਪਾਂ ਉੱਪਰਲੇ ਕੁਐਸਚਨ ਨੂੰ ਨਾਲ ਲੈ ਚੱਲੀਏ ਕਿ ਬੱਚੇ ਨੂੰ ਇੱਕ ਸ਼ਬਦ ਦੀ ਧੁਨੀ ਦੱਸੀ ਜਾਂਦੀ ਹੈ ਜੀ, ਠੀਕ ਹੈ। ਇੱਕ ਸ਼ਬਦ ਦੱਸਿਆ ਜਾਂਦਾ ਹੈ, ਉਹਦੀ ਕੋਈ ਨਾ ਕੋਈ ਧੁਨੀ ਤਾਂ ਹੁੰਦੀ ਹੈ, ਠੀਕ ਹੈ। ਤਾਂ ਇਸ ਦੇ ਵਿੱਚ ਬਿਲਕੁਲ ਸਹੀ ਉੱਤਰ ਬਣੇਗਾ ਜੀ, ਇੱਕ ਸ਼ਬਦ ਤੋਂ ਬੱਚੇ ਦਾ ਭਾਸ਼ਾ ਦਾ ਗਿਆਨ ਸ਼ੁਰੂ ਹੁੰਦਾ ਹੈ, ਠੀਕ ਹੈ। ਉੱਪਰਲੇ ਪ੍ਰਸ਼ਨ ਦੇ ਵਿੱਚ ਕੀ ਸੀ? ਬੱਚੇ ਦੀ ਭਾਸ਼ਾ ਦਾ ਗਿਆਨ ਦਾ ਆਧਾਰ। ਇਹਦੇ ਵਿੱਚ ਕੀ ਹੈ? ਬੱਚੇ ਦੀ ਭਾਸ਼ਾ ਦਾ ਗਿਆਨ ਸ਼ੁਰੂਆਤ ਕਿਵੇਂ ਹੁੰਦੀ ਹੈ ਜੀ? ਇੱਕ ਸ਼ਬਦ ਤੋਂ। ਜਿਵੇਂ ਬੱਚਾ ਆਪ ਕਹਿ ਲਓ ਵੀ ਮਾਤਰ ਭਾਸ਼ਾ ਸਿੱਖ ਰਿਹਾ ਹੈ, ਤਾਂ ਉਸਨੂੰ ਆਪਾਂ ਕੋਈ ਨਾ ਕੋਈ ਸ਼ਬਦ ਸਿਖਾਉਣੇ ਆ, ਠੀਕ ਹੈ। ਜਾਂ ਕਹਿ ਲਓ ਸਕੂਲ ਦੇ ਵਿੱਚ ਬੱਚਾ ਜਦੋਂ ਦੂਸਰੀ ਭਾਸ਼ਾ ਸਿੱਖਦਾ ਹੈ ਤਾਂ ਉੱਥੇ ਵੀ ਕਿਸੇ ਨਾ ਕਿਸੇ ਇੱਕ ਸ਼ਬਦ ਤੋਂ ਹੀ ਭਾਸ਼ਾ ਦਾ ਜਿਹੜੀ ਸ਼ੁਰੂਆਤ ਕੀਤੀ ਜਾਂਦੀ ਹੈ। ਅੱਗੇ ਵਧਦੇ ਹਾਂ ਪ੍ਰਸ਼ਨ ਨੰਬਰ 19 ਨੰਬਰ ਜੀ, ਵਿਆਕਰਣ ਦਾ ਗਿਆਨ ਦੇਣਾ ਕਿਉਂ ਜ਼ਰੂਰੀ ਹੈ? ਬੱਚੇ ਨੂੰ ਵਿਆਕਰਣ ਕਿਉਂ ਸਿਖਾਈ ਜਾਂਦੀ ਹੈ? ਭਾਸ਼ਾ ਦੀ ਸ਼ੁੱਧ ਵਰਤੋਂ ਸਿੱਖਣ ਲਈ, ਭਾਸ਼ਾ ਦੀ ਸੁੰਦਰ ਵਰਤੋਂ ਲਈ, ਸਵੈ ਪ੍ਰਗਟਾਵਾ ਕਰਨ ਲਈ, ਜਾਂ ਕੋਈ ਨਹੀਂ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ, ਬਹੁਤ ਵਾਰ ਪੇਪਰ ਦੇ ਵਿੱਚ ਆ ਚੁੱਕਿਆ ਹੈ। ਇਸ ਦਾ ਉੱਤਰ ਦੀ ਜਿਹੜੀ ਪਹਿਚਾਣ ਤੁਸੀਂ ਕਰ ਲਈ ਹੋਏਗੀ ਜੀ। ਵਿਆਕਰਣ ਦਾ ਜਿਹੜਾ ਗਿਆਨ ਹੈ ਉਹ ਬੱਚੇ ਨੂੰ ਭਾਸ਼ਾ ਦੀ ਸ਼ੁੱਧ ਵਰਤੋਂ ਸਿੱਖਣ ਲਈ ਜਿਹੜੀ ਹੈ ਗਿਆਨ ਦਿੱਤਾ ਜਾਂਦਾ ਹੈ, ਚਾਹੇ ਉਹ ਮੌਖਿਕ ਰੂਪ ਦੇ ਵਿੱਚ ਭਾਸ਼ਾ ਹੋਵੇ, ਚਾਹੇ ਲਿਖਤ ਰੂਪ ਦੇ ਵਿੱਚ ਹੋਵੇ। ਤਾਂ ਉਸ ਦਾ ਜਿਹੜਾ ਗਿਆਨ ਹੈ ਉਹ ਬਿਲਕੁਲ ਵਿਆਕਰਣ ਦੇ ਆਧਾਰ ਦੇ ਉੱਪਰ ਸ਼ੁੱਧ ਤੇ ਸਪਸ਼ਟ ਦੇਣਾ ਜ਼ਰੂਰੀ ਹੈ। ਫਿਰ ਹੀ ਬੱਚਿਆਂ ਨੂੰ ਜਿਹੜਾ ਹੈ ਭਾਸ਼ਾ ਦਾ ਬੋਲਣ ਰੂਪ ਦੇ ਵਿੱਚ ਤੇ ਲਿਖਣ ਦੇ ਰੂਪ ਦੇ ਵਿੱਚ ਸਹੀ ਉਸ ਦੇ ਜਿਹੜੇ ਪ੍ਰਯੋਗ ਕਰ ਸਕੇਗਾ ਜੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 20, ਅੱਜ ਦੀ ਕਲਾਸ ਦਾ ਆਖਰੀ ਕੁਐਸਚਨ ਹੈ। ਜੇ ਤੁਹਾਨੂੰ ਅੱਜ ਦੀ ਜਿਹੜੀ MCQs ਜਾਂ ਮੇਰੇ ਦੁਆਰਾ ਕੀਤੀ ਗਈ ਮਿਹਨਤ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਜੀ, ਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰ ਦੇਣਾ। ਤੇ ਜਿਹੜੇ ਸਾਥੀ ਨਵੇਂ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ, ਤਾਂ ਜੋ ਆਪਣੀ ਜਿਹੜੀ ਤਿਆਰੀ ਹੈ ਉਹ ਵਧੀਆ ਤੋਂ ਵਧੀਆ ਆਪਾਂ ਕਰ ਸਕੀਏ। ਸਮੇਂ ਦੇ ਉੱਪਰ ਤੁਹਾਨੂੰ ਨਵੀਂ ਵੀਡੀਓਜ਼ ਤੁਹਾਨੂੰ ਮੌਕੇ ਦੇ ਅਨੁਸਾਰ, ਟਾਈਮ ਦੇ ਅਨੁਸਾਰ ਮਿਲਦੀ ਰਹੇ ਜੀ। ਤਾਂ ਇਹਦੀ PDF ਦੇ ਬਾਰੇ ਜਿਹੜੀ ਹੈ PDF ਵੀ ਤਿਆਰ ਹੋ ਰਹੀ ਹੈ ਜੀ, ਤੁਹਾਨੂੰ PDF ਵੀ ਸੈਂਡ ਕਰ ਦੇਵਾਂਗੇ। ਤਾਂ ਉਸ ਲਈ ਤੁਸੀਂ ਮੈਸੇਜ ਬਾਕਸ ਦੇ ਵਿੱਚ ਆਪਣਾ ਜਿਹੜਾ ਹੈ ਜ਼ਰੂਰ ਕੋਈ ਨਾ ਕੋਈ ਮੈਸੇਜ ਸੈਂਡ ਕਰਨਾ ਜੀ। ਪ੍ਰਸ਼ਨ ਨੰਬਰ ਆਖਰੀ ਆਪਾਂ ਕਰ ਰਹੇ ਹਾਂ 20 ਨੰਬਰ, ਪ੍ਰਾਇਮਰੀ ਪੱਧਰ ਤੇ ਸਿੱਖਿਆ ਦਾ ਮਾਧਿਅਮ ਹੋਵੇ ਜੀ। ਕਿਸ ਤਰੀਕੇ ਦਾ ਮਾਧਿਅਮ ਹੋਵੇ? ਬੱਚੇ ਦੀ ਪ੍ਰਾਇਮਰੀ ਪੱਧਰ ਤੇ ਹਿੰਦੀ ਦਾ ਹੋਵੇ, ਅੰਗਰੇਜ਼ੀ ਦਾ ਹੋਵੇ, ਮਾਤਰ ਭਾਸ਼ਾ ਦਾ ਹੋਵੇ, ਜਾਂ ਸਾਰੇ। ਤਾਂ ਆਪਾਂ ਨੂੰ ਪਤਾ ਹੀ ਹੈ ਕਿ ਪ੍ਰਾਇਮਰੀ ਪੱਧਰ ਦੇ ਉੱਪਰ ਛੋਟੇ ਬੱਚੇ ਆ, ਉਹਨਾਂ ਨੇ ਆਪਣੇ ਮਨ ਦੇ ਭਾਵਾਂ ਨੂੰ ਹਜੇ ਤੱਕ ਪੂਰੇ ਸੰਪੂਰਨ ਰੂਪ ਦੇ ਵਿੱਚ ਪੇਸ਼ ਕਰਨ ਦਾ ਜਿਹੜੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਤਾਂ ਉਹ ਬੱਚਾ ਆਪਣੇ ਜਿਹੜੀ ਹੈ ਮਨ ਦੇ ਭਾਵਾਂ ਨੂੰ ਬੜੇ ਵਧੀਆ ਤਰੀਕੇ ਨਾਲ ਤਾਂ ਹੀ ਜਿਹੜਾ ਹੈ ਪੇਸ਼ ਕਰ ਸਕੇਗਾ ਜਦੋਂ ਉਸ ਨੂੰ ਸਿੱਖਿਆ ਜਿਹੜੀ ਹੈ ਉਹ ਮਾਤਰ ਭਾਸ਼ਾ ਦੇ ਦੁਆਰਾ ਜਿਹੜੀ ਦਿੱਤੀ ਜਾਵੇਗੀ। ਤਾਂ ਇਸ ਦਾ ਸਹੀ ਉੱਤਰ ਹੈ ਜੀ ਆਪਣੇ ਕੋਲੇ ਤੀਸਰਾ ਆਪਸ਼ਨ, ਮਾਤਰ ਭਾਸ਼ਾ। ਤਾਂ ਉਮੀਦ ਹੈ ਕਿ ਅੱਜ ਦੇ MCQs ਜਿਹੜਾ ਹੈ ਤੁਹਾਨੂੰ ਵਧੀਆ ਲੱਗੇ ਹੋਣਗੇ। ਤਾਂ ਇਹ ਜਿਹੜਾ ਟੌਪਿਕ ਹੈ ਤਖਸ਼ੀਸ਼ੀ ਸਿੱਖਿਆ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਇਸ ਦੇ ਨਾਲ ਹੀ ਇੱਕ ਜੁੜਿਆ ਹੋਇਆ ਹੋਰ ਟੌਪਿਕ ਹੈ ਜੀ ਉਪਚਾਰਿਕ ਸਿੱਖਿਆ।
ਕਈ ਸਟੂਡੈਂਟਸ ਉਸ ਨੂੰ ਤਖਸ਼ੀਸ਼ੀ ਸਿੱਖਿਆ ਅਤੇ ਉਪਚਾਰਿਕ ਸਿੱਖਿਆ ਨੂੰ ਸੇਮ ਮੰਨ ਲੈਂਦੇ ਹਨ, ਪਰ ਸੇਮ ਨਹੀਂ ਹੈ। ਤਖਸ਼ੀਸ਼ੀ ਸਿੱਖਿਆ ਦੇ ਵਿੱਚ ਕੀ ਹੈ ਕਿ ਬੱਚਿਆਂ ਦੀਆਂ ਸਮੱਸਿਆਵਾਂ ਕੀ ਹੁੰਦੀਆਂ ਹਨ ਭਾਸ਼ਾ ਸੰਬੰਧੀ, ਜਿਵੇਂ ਕਿ ਆਪਾਂ ਪਹਿਲੇ ਕੁਐਸਚਨ ਦੇ ਵਿੱਚ ਡਿਸਕਸ ਕੀਤਾ ਹੈ, ਉਹਨਾਂ ਸਮੱਸਿਆਵਾਂ ਦੀ ਪਹਿਚਾਣ ਕਰਨਾ। ਅਤੇ ਜਿਹੜੀ ਦੂਸਰੀ ਸਿੱਖਿਆ ਹੈ ਉਪਚਾਰਿਕ ਸਿੱਖਿਆ, ਉਹ ਕੀ ਹੁੰਦੀ ਹੈ, ਉਹ ਕਿ ਬੱਚਿਆਂ ਦੀ ਜਿਹੜੀ ਸਮੱਸਿਆਵਾਂ ਹਨ, ਜਿਹੜੀਆਂ ਤਖਸ਼ੀਸ਼ੀ ਸਿੱਖਿਆ ਦੇ ਦੁਆਰਾ ਸਾਹਮਣੇ ਆਈਆਂ ਹਨ, ਹੁਣ ਉਹਨਾਂ ਨੂੰ ਅਧਿਆਪਕ ਦੂਰ ਕਿਵੇਂ ਕਰੇ। ਦੂਰ ਕਰਨ ਦੀ ਜਿਹੜੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ ਉਸ ਨੂੰ ਆਪਾਂ ਕੀ ਕਹਿੰਦੇ ਆ, ਉਪਚਾਰਿਕ ਸਿੱਖਿਆ। ਠੀਕ ਹੈ ਜੀ, ਆਪਾਂ ਮਿਲਾਂਗੇ ਫਿਰ ਆਪਾਂ ਨਵੇਂ ਇੱਕ ਟੌਪਿਕ ਦੇ ਨਾਲ। ਥੈਂਕ ਯੂ।